नाउ लेट अस से इट्स प्रूफ। सो प्रूफ ਨੂੰ ਵੀ ਅਸੀਂ ਡਿਵਾਈਡ ਕਰਾਂਗੇ ਅਲੱਗ-ਅਲੱਗ ਕੇਸਿਸ ਦੇ ਵਿੱਚ। ਪਹਿਲਾ ਜਿਹੜਾ ਫਰਸਟ ਪਾਰਟ ਹੈ ਨਾ, ਉਹਦਾ ਪਹਿਲਾ ਕੇਸ ਆਪਾਂ ਲੈਣਾ ਜਦੋਂ n ਇੰਟੀਜਰ ਹੈ, ਲੇਕਿਨ ਕਿਹੜਾ ਪੋਜ਼ਿਟਿਵ ਇੰਟੀਜਰ। केस 1 n is positive integer। सो अगर n पॉजिटिव इंटीजर है फिर ਉਹਦੇ ਲਈ ਅਸੀਂ ਇਹ ਜਿਹੜਾ ਰਿਜ਼ਲਟ ਪ੍ਰੂਵ ਕਰਨਾ ਕਿ ਇਹਦੀ ਪਾਵਰ n ਕਰਕੇ ਇੰਨਾ ਆਣਾ ਚਾਹੀਦਾ, ਉਹਦੇ ਲਈ ਆਪਾਂ ਯੂਜ਼ ਕਰਾਂਗੇ ਮੈਥਮੈਟਿਕਲ ਇੰਡਕਸ਼ਨ। ਇਹ ਤੁਹਾਨੂੰ ਯਾਦ ਹੋਏਗਾ ਮੈਥਮੈਟਿਕਲ ਇੰਡਕਸ਼ਨ ਕੀ ਹੁੰਦਾ ਹੈ, +1 ਚ ਕਰਦੇ ਆ। प्रिंसिपल ऑफ मैथमैटिकल इंडक्शन की है कि कोई भी जिहड़ा रिजल्ट प्रूव कर रहा, जिद्दां हुण असीं आ प्रूव करना n दे लई जे प्रूव करना हुंदा पहला आपां 1 लई करीदा दोनों साइड बराबर, फिर आपां करीदा n = k दे लई अज्यूम कर लईदा कि रिजल्ट लेट द रिजल्ट बी 2 फॉर n = k, दैट इज सैकेंड स्टैप। ते थर्ड स्टैप दे विच असीं n = k + 1 दे लई रिजल्ट ड्राइव करदे आ। तो 3 स्टैप हुंदे आ मैथमैटिकल इंडक्शन दे, तो आपां इहदे च 3 स्टैप यूज करदे आ। पहला आप करते स्टैप 1 की हुंदा फॉर n = 1। जे n 1 है तो साडी लेफ्ट हैंड साइड की आएगी, यह आ जाना साडा cos थीटा प्लस इयोटा sin थीटा दी पावर 1। ते राइट हैंड साइड की आनी है, इधर n दी जगह ते 1 पुट कर दो, cos 1 थीटा यानी कि थीटा प्लस इयोटा sin 1 थीटा इज थीटा। सो दोनों बराबर हो गए, मतलब लेफ्ट हैंड साइड ते राइट हैंड साइड दोनों इक्वल है फॉर n = 1। इट मीन्स आप कहांगे रिजल्ट इज ट्रू फॉर n = 1। दैट इज अवर फर्स्ट स्टेप ऑफ मैथमैटिकल इंडक्शन। हुण आप करदे सेकंड स्टेप। स्टेप 2 की है, वी अज्यूम द रिजल्ट फॉर n = k। n = k ਦੇ ਲਈ ਰਿਜ਼ਲਟ ਅਸਿਊਮ ਕਰ ਲਿਆ, ਜਾਨੀ ਕਿ ਜਿਹੜਾ ਸਾਡੇ ਕੋਲ ਰਿਜ਼ਲਟ ਸੀਗਾ ਉਹਦੇ ਵਿੱਚ ਅਸੀਂ n ਦੀ ਜਗ੍ਹਾ ਤੇ k ਪੁੱਟ ਕਰ ਲਿਆ ਔਰ ਆਪਾਂ ਅਸਿਊਮ ਕਰ ਲਿਆ ਕਿ ਇਹ ਰਿਜ਼ਲਟ ਟਰੂ ਹੈ। ਠੀਕ ਹੈ, ਤਾਂ ਰਿਜ਼ਲਟ ਸੀਗਾ ਉਹਦੇ ਵਿੱਚ ਆਪਾਂ n ਦੀ ਜਗ੍ਹਾ ਤੇ k ਪੁੱਟ ਕਰ ਲਿਆ। ਸੋ ਦਿਸ ਇਜ਼ ਟਰੂ, ਵੀ ਹੈਵ ਅਸਿਊਮ ਦਿਸ ਐਂਡ ਨੇਮ ਇਟ ਐਜ਼ ਨੰਬਰ 1। ਹੁਣ ਆ ਗਿਆ ਜੀ ਸਾਡਾ ਸਟੈਪ ਨੰਬਰ 3 ਵਿਚ ਇਜ਼ ਦੀ ਮੇਨ ਸਟੈਪ। ਉਹਦੇ ਚ ਕੀ ਕਰਨਾ ਆਪਾਂ, इत्थे आप लिखते हैं वी विल प्रूव द रिजल्ट फॉर n = k + 1। तो k + 1 ਦੇ ਲਈ ਜਦੋਂ ਰਿਜ਼ਲਟ ਪ੍ਰੂਵ ਕਰਨਾ ਤਾਂ ਆਪਾਂ ਲੈਫਟ ਹੈਂਡ ਸਾਈਡ ਦੇ ਵਿੱਚ n ਦੀ ਜਗ੍ਹਾ ਤੇ k + 1 ਲਿਖ ਦੇਣਾ। ਇੱਥੇ n ਸੀਗਾ ਨਾ, ਪਾਵਰ k + 1 ਲਿਖ ਲਿਆ। ਹੁਣ ਜਿਹੜਾ k + 1 ਆ ਇਹਨੂੰ ਆਪਾਂ ਸੈਪਰੇਟ ਕਰ ਲੈਣਾ, ਪਾਵਰ k ਪਾਵਰ ਅਲੱਗ ਕਰ ਦੇਣੀ ਤੇ 1 ਪਾਵਰ ਜਿਹੜੀ ਆ ਉਹ ਅਲੱਗ ਕਰ ਦੇਣੀ। ਇਦਾਂ ਕਿਉਂ ਕਰਦੇ ਆਪਾਂ, ਕਿਉਂਕਿ ਸਾਡੇ ਕੋਲ ਆ ਜਿਹੜੀ ਵੈਲਿਊ ਨਾ cos θ + iota sin θ raised to power k, ਆ ਵੈਲਿਊ ਤਾਂ ਆਪਾਂ ਅਸਿਊਮ ਕੀਤੀ ਇਹਦੇ ਬਰਾਬਰ। ਠੀਕ ਹੈ, ਨੰਬਰ 1 ਯੂਜ਼ ਕਰ ਲੈਣੇ ਇਹਦੇ ਚ, ਤਾਂ ਇੱਥੇ ਲਿਖ ਲੈਣੇ from 1। ਇਹ ਚੀਜ਼ ਕੀ ਬਣ ਗਈ, cos k θ + iota sin k θ using the second step of mathematical induction we get this thing। ਤੇ cos θ + iota sin θ as it is। ਹੁਣ ਸਾਡੇ ਕੋਲ ਦੋ ਬ੍ਰੈਕਟ ਹੈ, ਪਾਵਰ ਤਾਂ ਰਿਮੂਵ ਹੋ ਗਈ, ਇਹਨਾਂ ਦੋਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰ ਲੈਣਾ। ਆਫਟਰ ਮਲਟੀਪਲਾਈਂਗ ਥੀਸ ਟੂ ਬ੍ਰੈਕਟ ਵੀ ਗੈਟ ਦਿਸ ਥਿੰਗ, ਜਿਹਦੇ ਵਿੱਚ ਦੋ ਜਿਹੜੀਆਂ ਟਰਮਸ ਹੈ iota ਤੋਂ ਬਿਨਾਂ ਆਈਆਂ, ਇਹਨਾਂ ਨੂੰ ਇਕੱਠੇ ਲਿਖ ਲੈਣੇ ਆ। ਇਟ ਇਜ਼ cos k θ cos θ and sin k θ sin θ। ਠੀਕ ਹੈ, ਵਿੱਚ ਆਪਣੇ ਕੋ ਮਾਈਨਸ ਦਾ ਸਾਈਨ ਹੈ ਤੇ ਇਟ ਇਜ਼ ਮਾਈਨਸ, राइट। हुण iota वाली टर्म्स ਜਿਹੜੀਆਂ sin k θ cos θ, ठीक है, iota कॉमन ले लिया, आ वाली टर्म sin θ cos k θ। now you can see that cos a cos b minus sin a sin b, तो ये की फार्मूला हुंदा, दिस इज द फार्मूला of cos a plus b, यानी कि cos k θ plus θ। cos a plus b cos k θ plus θ ਦਾ ਫਾਰਮੂਲਾ ਹੁੰਦਾ ਪਹਿਲਾਂ ਦੋਨੋਂ cos ਦੇ ਟਰਮ cos a cos b minus sin a sin b। ਐਦੀ ਇਹ ਵਾਲਾ ਫਾਰਮੂਲਾ ਹੈ sin a cos b plus sin b cos a ਜਾਂ sin a cos b cos a sin b। ਸੋ ਇਹ ਨੇ sin ਦੇ ਸਮ ਦਾ ਫਾਰਮੂਲਾ ਹੈ sin a plus b ਦਾ, ਯਾਨੀ ਕਿ ਇੱਥੇ a ਕੀ ਹੈ k θ
ਤੇ b ਕੀ ਹੈ ਥੀਟਾ। So now we can write this as, after taking theta common, we take theta common, ਇੱਥੇ theta ਲਿਖ ਲੈਣੇ k plus 1 iota sin theta into k plus 1। ਚਾਹੇ ਇਹਨੂੰ ਥੋੜਾ ਜਿਹਾ ਆਪਾਂ ਜੋ ਪ੍ਰੂਵ ਕਰਨਾ ਉਸ ਹਿਸਾਬ ਨਾਲ ਲਿਖਦੇ ਆ, ਤਾਂ k plus 1 ਨੂੰ ਪਹਿਲਾਂ ਲਿਖ ਲੈਣੇ ਆ, ਥੀਟਾ ਨੂੰ ਬਾਅਦ ਚ। ਕਿਉਂਕਿ ਜੋ ਆਪਾਂ ਰਿਜ਼ਲਟ ਪ੍ਰੂਵ ਕਰਨਾ ਸੀ, ਇੱਥੇ ਮੈਂ ਲਿਖ ਦਿੰਦੀ ਹਾਂ ਕਿ ਉਹਦੀ ਰਾਈਟ ਹੈਂਡ ਸਾਈਡ ਦੇ ਵਿੱਚ ਅਗਰ ਅਸੀਂ ਪੁੱਟ ਕਰੀਏ n ਦੀ ਜਗ੍ਹਾ ਤੇ k plus 1, ਕਿਉਂਕਿ ਆਪਾਂ ਥਰਡ ਸਟੈਪ ਕਰ ਰਹੇ ਜਿਹਦੇ ਚ n ਦੀ ਜਗ੍ਹਾ ਤੇ k plus 1 ਪੁੱਟ ਕਰਨਾ, ਤਾਂ ਆ ਸਾਡੀ ਰਾਈਟ ਹੈਂਡ ਸਾਈਡ ਬਣ ਜਾਣੀ ਹੈ। ਜਿੱਥੇ ਸੀਗਾ cos n ਥੀਟਾ ਉਹਦੀ ਜਗ੍ਹਾ ਤੇ cos k plus 1 ਥੀਟਾ plus iota sin k plus 1 ਥੀਟਾ। ਸੋ ਵੀ ਕੈਨ ਸੀ ਕਿ ਰਾਈਟ ਹੈਂਡ ਸਾਈਡ ਇੰਨੀ ਆਉਂਦੀ ਹੈ ਜਦੋਂ ਆਪਾਂ n is equal to k plus 1 ਪੁੱਟ ਕਰਦੇ ਹਾਂ ਰਾਈਟ ਹੈਂਡ ਸਾਈਡ ਚ, we get this result. So which is equal to this one? So it means this is equal to right hand side. So we will say that result hold for n is equal to k plus 1. तो यही मैथमेटिकल इंडक्शन होती है कि n is equal to 1 ਦੇ ਲਈ ਪਹਿਲਾਂ ਆਪਾਂ ਰਿਜ਼ਲਟ ਪ੍ਰੂਵ ਕਰਦੇ ਹਾਂ, n is equal to k ਦੇ ਲਈ ਅਸਿਊਮ ਕਰਦੇ ਹਾਂ, ਤੇ n is equal to k plus 1 ਲਈ ਪ੍ਰੂਵ ਕਰ ਦਿੰਦੇ ਹਾਂ। ਸੋ ਆਪਾਂ ਇੱਥੇ ਲਿਖਣਾ ਬਾਈ ਪ੍ਰਿੰਸੀਪਲ ਆਫ ਮੈਥਮੈਟਿਕਲ ਇੰਡਕਸ਼ਨ cos theta plus iota sin theta raised to power n is equal to cos n theta plus iota sin n theta for all n belongs to capital N, means for all natural number ਜਾਂ for all positive integers। ठीक है, सो ये हो गया साडा फर्स्ट पार्ट, ਜਿਹਦੇ ਵਿੱਚ n ਅਗਰ ਪੋਜ਼ਿਟਿਵ ਹੈ ਤਾਂ ਸਾਡੇ ਕੋਲ ਮੈਥਮੈਟਿਕਲ ਇੰਡਕਸ਼ਨ ਦਾ ਰਿਜ਼ਲਟ ਆ ਗਿਆ। ਹੁਣ ਆਪਾਂ ਇਹਦਾ ਕਰਦੇ ਹਾਂ ਕੇਸ ਨੰਬਰ 2, ਜਿਹਦੇ ਵਿੱਚ ਆਪਾਂ ਲੈਣਾ ਕਿ ਇਫ n is negative integer, अगर n नेगेटिव इंटीजर है कि फिर भी ये रिजल्ट ट्रू रहेगा। लेट अस सी, अगर नेगेटिव है तो आप n ਨੂੰ ਲੈ ਲੈਣਾ -m ਦੇ ਇਕੁਅਲ। m ਕੀ ਹੈ? m इज पॉजिटिव। ठीक है, अगर पॉजिटिव नंबर ਦੇ ਮੋਰੇ ਤੁਸੀਂ ਮਾਈਨਸ ਦਾ ਸਾਈਨ ਲਗਾ ਦੋ ਤਾਂ ਨੈਗੇਟਿਵ ਬਣ ਗਿਆ। ਹੁਣ n ਕੀ ਹੈ? ਨੈਗੇਟਿਵ ਆਫ m, ਵੇਅਰ m इज पॉजिटिव। ਹੁਣ ਜਿਹੜਾ ਰਿਜ਼ਲਟ ਆ ਜਿਹੜਾ ਆਪਾਂ ਪ੍ਰੂਵ ਕਰਨਾ, ਉਹਦੀ ਲੈਫਟ ਹੈਂਡ ਸਾਈਡ ਦੇ ਵਿੱਚ ਅਗਰ ਅਸੀਂ n ਦੀ ਜਗ੍ਹਾ ਤੇ ਜੋ ਆਪਾਂ ਹੁਣ ਅਸਿਊਮ ਕੀਤਾ ਆ, ਕਿਉਂਕਿ ਆਪਾਂ ਨੈਗੇਟਿਵ ਲਿਆ ਤਾਂ ਇਹਨੂੰ -m ਆ ਜਾਏਗੀ, n ਦੀ ਵੈਲਿਊ -m ਪੁੱਟ ਕਰ ਦਿੱਤੀ। ਹੁਣ ਮਾਈਨਸ ਦਾ ਮਤਲਬ ਕੀ ਹੁੰਦਾ? ਨੈਗੇਟਿਵ ਪਾਵਰ ਮਤਲਬ ਰੈਸੀਪ੍ਰੋਕਲ। ਰੈਸੀਪ੍ਰੋਕਲ ਕਿਹਦਾ? cos ਥੀਟਾ ਪਲਸ iota sin ਥੀਟਾ ਦਾ ਰੈਸੀਪ੍ਰੋਕਲ। ਇਹਦੀ ਪਾਵਰ m ਹੋ ਜਾਏਗੀ ਜਦੋਂ ਆਪਾਂ ਇਹਨੂੰ ਨੈਗੇਟਿਵ ਪਾਵਰ ਨੂੰ ਨੀਚੇ ਲੈ ਆਂਦਾ। ठीक है, होना पॉजिटिव है क्योंकि माइनस साइन तो हट गया, आप नीचे ले आए। m तो पॉजिटिव सी, पॉजिटिव दे लिए आप फर्स्ट जो स्टैप है यूज कर सकते ऊपर वाला फर्स्ट पार्ट ऑफ दिस क्वेश्चन या फर्स्ट केस ऑफ दिस क्वेश्चन। उहदे हिसाब नाल की आ जाना 1/cos m थीटा प्लस iota sin m थीटा। वाई वी कैन राइट दिस? बिकॉज m इज पॉजिटिव इंटीजर and using here केस 1 पॉजिटिव इंटीजर ही ਆਪਾਂ ਡਰਾਈਵ ਕੀਤਾ ਹੈ, ਆ ਗਿਆ। ਹੁਣ ਇਹਨੂੰ ਅਗਰ ਮੈਂ ਸ਼ਾਰਟ ਫਾਰਮ ਚ ਲਿਖਾਂ तो 1/sis m थीटा बन गया है, क्योंकि cos m थीटा प्लस iota sin m थीटा तो sis m थीटा बन गया। तो 1/sis m थीटा की होता है sis माइनस m थीटा। ठीक है, ਹੁਣ माइनस ਜਿਹੜਾ ਆ माइनस m थीटा ਉਹਦੇ ਤੇ ਆਪਾਂ sis ਦੀ फुल फॉर्म लगा देनी है, sis ਨੂੰ एक्सपैंड कर देना। तो इट विल बी cos m थीटा माइनस iota sin m थीटा। ਇਹ ਆਪਾਂ ਦੇਖਿਆ ਹੀ ਆ ਕਿ ਕਿੱਦਾਂ ਆਉਂਦਾ ਹੈ, ਕਿਉਂਕਿ cos ਦੇ ਵਿੱਚ ਮਾਈਨਸ ਨਾਲ ਫਰਕ ਨਹੀਂ ਪੈਂਦਾ, sin ਦੇ ਵਿੱਚ ਮਾਈਨਸ ਬਾਹਰ ਆ ਜਾਂਦਾ। ਤਾਂ ਆਹ ਕੀ ਚੀਜ਼। ਠੀਕ ਹੈ, ਜਾਂ ਇਹਨੂੰ ਏਦਾਂ ਲਿਖ ਲਓ ਜੋ ਸਾਡੇ ਕੋਲ ਵੈਲਿਊ ਸੀਗੀ ਕਿ cos ਦੇ ਨਾਲ ਐਂਗਲ -m ਥੀਟਾ प्लस iota sin ਦੇ ਨਾਲ ਐਂਗਲ -m ਥੀਟਾ। ਹੁਣ -m ਕੀ ਆ? -m ਤਾਂ n ਸੀਗਾ, तो ਇਹਦੀ ਜਗ੍ਹਾ ਤੇ n ਲਿਖ ਦੋ। ਇਹ ਬਣ ਗਿਆ cos n ਥੀਟਾ प्लस iota sin n ਥੀਟਾ। ਕੀ ਉਹੀ ਰਿਜ਼ਲਟ ਨਹੀਂ ਆ ਗਿਆ ਜਿਹੜਾ ਆਪਾਂ ਪ੍ਰੂਵ ਕਰਨਾ ਸੀ ਕਿ ਅਗਰ ਪਾਵਰ n ਕਰੀਏ ਤਾਂ ਉਹ n ਪਾਵਰ ਦੀ ਬਜਾਏ ਐਂਗਲ ਨਾਲ ਮਲਟੀਪਲਾਈ ਹੋ ਜਾਂਦਾ ਆ। ਤਾਂ ਅਗਰ ਨੈਗੇਟਿਵ ਵੀ ਹੋਵੇ ਤਾਂ ਵੀ ਸਾਡੀ ਦੋਨੋਂ ਸਾਈਡ ਬਰਾਬਰ ਆ ਗਈਆਂ। ਆਪਾਂ ਇੱਥੇ ਇਹਨੂੰ ਲੈਫਟ ਹੈਂਡ ਸਾਈਡ ਲਿਖ ਦੇਣਾ ਜੋ ਰਿਜ਼ਲਟ ਪ੍ਰੂਵ ਕਰਨਾ ਸੀ, ਤੇ ਜੋ ਸਾਡੇ ਕੋਲ ਆਇਆ ਉਹ ਸਾਡੀ ਰਾਈਟ ਹੈਂਡ ਸਾਈਡ ਦੇ ਇਕੁਅਲ ਆ ਗਿਆ। So this is the second part. Now we will discuss the third part. Case 3 ਸਾਡੇ ਕੋਲ ਕੀ ਹੈ? ਜਦੋਂ
n 0 ਹੈ ਕਿਉਂਕਿ ਆਪਾਂ ਪੋਜ਼ਿਟਿਵ ਵੀ ਕਰ ਲਿਆ ਨੈਗੇਟਿਵ ਵੀ ਕਰੇ ਲੇਕਿਨ ਅਗਰ n 0 ਹੋਵੇ ਫਿਰ ਸਾਡੇ ਕੋਲ ਕੀ ਬਣਨੀ ਹੈ ਲੈਫਟ ਹੈਂਡ ਸਾਈਡ ਸੀਗੀ cos ਥੀਟਾ ਪਲਸ ਇਓਟਾ sin ਥੀਟਾ ਉਹਦੀ ਪਾਵਰ ਸੀਗੀ n ਕਿੰਨਾ ਆ 0 ਸੋ ਸਮਥਿੰਗ ਰੇਜ਼ ਟੂ ਪਾਵਰ 0 ਕਿੰਨਾ ਹੁੰਦਾ 1 ਤੇ ਹੁਣ ਆਪਾਂ ਲਿਖਦੇ ਆ ਰਾਈਟ ਹੈਂਡ ਸਾਈਡ ਕੀ ਬਣੂਗੀ ਜਦੋਂ ਆਪਾਂ cos n ਥੀਟਾ ਲਿਖਣਾ n 0 ਤਾਂ 0 ਥੀਟਾ ਬਣ ਗਿਆ 0 ਹੀ ਆ ਗਿਆ ਪਲਸ ਇਓਟਾ sin 0 ਥੀਟਾ sin 0 cos 0 is 1 ਤੇ sin 0 is 0 ਤਾਂ ਵੀ 1 ਆਇਆ ਤਾਂ ਦੋਨੋਂ ਸਾਈਡ ਬਰਾਬਰ ਆ ਗਿਆ ਫਿਰ ਵੀ ਕਦੋਂ ਜਦੋਂ n ਨੂੰ ਆਪਾਂ 0 ਲੈਣੇ ਆ ਇਹਦਾ ਮਤਲਬ ਰਿਜ਼ਲਟ ਥਰਡ ਕੇਸ ਲਈ ਵੀ ਟਰੂ ਹੋ ਗਿਆ ਤਿੰਨੋਂ ਕੇसेस ਦੇ ਲਈ ਜਿਹੜੀ ਇਹ ਵੈਲਿਊ ਹੈ ਪਾਵਰ ਜਿਹੜੀ ਉਹ ਐਂਗਲ ਚ ਆਂਦੀ ਹੈ ਉਹ ਸਾਡਾ ਸਹੀ ਹੋ ਗਿਆ ਰਿਜ਼ਲਟ ਤੋਂ ਦਿਸ ਪ੍ਰੂਵਸ ਦੀ ਫਰਸਟ ਪਾਰਟ ਹੁਣ ਆਪਾਂ ਕਰਦੇ ਹਾਂ ਸੈਕਿੰਡ ਪਾਰਟ ਮਤਲਬ ਜਦੋਂ n ਇੰਟੀਜਰ ਨਹੀਂ ਹੈ if n is a fraction ਜਿੱਦਾਂ p upon q ਆਪਾਂ ਲੈਣੇ ਆ ਫ੍ਰੈਕਸ਼ਨ ਨੂੰ 2/3 ਜਾਂ 5.2 ਇਸ ਤਰੀਕੇ ਨਾਲ ਕੋਈ ਵੀ ਜਿਹੜੇ ਨੰਬਰ ਹੁੰਦੇ ਆ ਫ੍ਰੈਕਸ਼ਨ ਵਾਲੇ ਅਗਰ n ਫ੍ਰੈਕਸ਼ਨ ਹੈ ਫਿਰ ਸਾਡੇ ਕੋਲ ਕੀ ਹੋਏਗਾ ਜੇ n ਫ੍ਰੈਕਸ਼ਨ ਹੈ ਤਾਂ ਆਪਾਂ n ਨੂੰ ਲੈ ਲਿਆ p upon q ਜਦੋਂ ਆਪਾਂ ਫ੍ਰੈਕਸ਼ਨ ਲਿਖਦੇ ਆ ਨਾ ਤਾਂ ਉਹਦੇ ਵਿੱਚ ਜਿਹੜਾ ਡਿਨੋਮੀਨੇਟਰ ਹੈ q ਉਹ 0 ਨਹੀਂ ਹੋਣਾ ਚਾਹੀਦਾ ਪਹਿਲੀ ਗੱਲ ਹੈ ਦੂਸਰਾ p ਤੇ q ਦੋਨੋਂ ਕੀ ਹੋਣੇ ਚਾਹੀਦੇ ਇੰਟੀਜਰਸ ਹੋਣੇ ਚਾਹੀਦੇ ਆ ਠੀਕ ਹੈ ਹੁਣ ਤੀਜੀ ਚੀਜ਼ ਹੈ ਕਿ ਪ੍ਰੋਪਰ ਫ੍ਰੈਕਸ਼ਨ ਤਾਂ ਹੋਏਗੀ ਅਗਰ ਦੋਨਾਂ ਵਿੱਚ ਕੁਝ ਵੀ ਕਾਮਨ ਨਾ ਹੋਵੇ ਮੀਨਸ ਇਹਦਾ GCD 1 ਹੋਵੇ ਜਿੱਦਾਂ ਮੈਂ ਇੱਥੇ ਲਿਖਾਂ 10/12 ਹਨਾ 10/12 ਜਿਹੜੀ ਹੈ ਫ੍ਰੈਕਸ਼ਨ ਤਾਂ ਹੈ ਲੇਕਿਨ ਪ੍ਰੋਪਰ ਫ੍ਰੈਕਸ਼ਨ ਨਹੀਂ ਹੈ ਕਿਉਂਕਿ ਇਹ ਹਲੇ ਕੱਟਦਾ ਆ ਜਿੱਦਾਂ 2 ਦੇ ਟੇਬਲ ਤੇ ਕੱਟੋ ਤੇ 5.6 ਆ ਗਿਆ ਹੁਣ ਇਹਨਾਂ ਚ ਕੁਝ ਵੀ ਕਾਮਨ ਨਹੀਂ ਕੁਝ ਕੈਂਸਲੇਸ਼ਨ ਨਹੀਂ ਬਾਕੀ ਬਚਦੀ ਦਾ ਪ੍ਰੋਪਰ ਫ੍ਰੈਕਸ਼ਨ ਹੈ ਇਸ ਕਰਕੇ ਜਨਰਲੀ ਆਪਾਂ ਜਦੋਂ p upon q ਲਿਖਣਾ ਪਹਿਲੀ ਗੱਲ ਤਾਂ ਇਹ ਲਿਖਣੀ ਕਿ q 0 ਨਹੀਂ ਹੋਣਾ ਚਾਹੀਦਾ ਦੂਜਾ p ਤੇ q ਤਿੰਨੋਂ ਜਿਹੜੇ ਦੋਨੋਂ ਇੰਟੀਜਰਸ ਹੋਣੇ ਚਾਹੀਦੇ ਆ ਤੀਸਰੀ ਚੀਜ਼ ਹੈ ਕਿ ਦੋਨਾਂ ਦਾ GCD 1 ਹੋਣਾ ਚਾਹੀਦਾ ਦੋਨਾਂ ਚ ਕੁਝ ਕੱਟਦਾ ਨਾ ਹੋਵੇ ਕਾਮਨ ਨਾ ਹੋਵੇ ਹੁਣ ਆਪਾਂ ਇਹਨੂੰ ਸੋਲਵ ਕਰਦੇ ਆ ਉਹਨੂੰ ਸੋਲਵ ਕੀ ਕਰਨਾ ਸੋਲਵ ਤਾਂ ਆਪਾਂ ਇਹੀ ਕਰਨਾ ਕਿ n ਦੀ ਜਗ੍ਹਾ ਅਗਰ p upon q ਲਿਖੀਏ ਤਾਂ ਵੀ ਐਂਗਲ ਨਾਲ ਮਲਟੀਪਲਾਈ ਹੁੰਦਾ ਹੋਵੇ ਲੇਕਿਨ ਇਹਨੂੰ ਪ੍ਰੂਵ ਕਰਨ ਦੇ ਲਈ ਅਸੀਂ ਇਹਨੂੰ ਥੋੜਾ ਡਿਫਰੈਂਟ ਵੇ ਨਾਲ ਕਰਾਂਗੇ ਕਿਦਾਂ ਦੇਖੋ ਮੰਨ ਲਓ ਕਿ ਅਸੀਂ ਇਹਦੇ ਵਿੱਚ ਕੰਸੀਡਰ ਕਰਦੇ ਆ ਪਹਿਲਾਂ ਕੀ ਕੰਸੀਡਰ ਕਰਨਾ ਕਿ ਜਿਹੜਾ cos ਥੀਟਾ ਪਲਸ ਇਓਟਾ sin ਥੀਟਾ ਆ ਸਿਸ ਦੀ ਫਾਰਮ ਆ ਇਹਦੇ ਵਿੱਚ ਅਗਰ ਕੋਈ ਪੋਜ਼ਿਟਿਵ ਪਾਵਰ ਆਪਾਂ ਮਲਟੀਪਲਾਈ ਕਰੀਏ ਪਾਵਰ ਪੋਜ਼ਿਟਿਵ ਹੋਵੇ ਫਿਰ ਤਾਂ ਆਪਾਂ ਰਿਜ਼ਲਟ ਪ੍ਰੂਵ ਕੀਤਾ ਹੋਇਆ ਕਿ ਐਂਗਲ 'ਚ ਮਲਟੀਪਲਾਈ ਹੋਏਗੀ ਲੇਕਿਨ ਆਪਾਂ ਇੱਥੇ cos ਥੀਟਾ ਦੀ ਬਜਾਏ cos ਥੀਟਾ upon q ਤੇ ਇੱਥੇ ਵੀ upon q ਲਿਖ ਲਈਏ ਤੇ ਇੱਥੇ ਪਾਵਰ q ਕਰ ਦਈਏ ਤਾਂ ਇਹਦਾ ਆਨਸਰ ਕੀ ਆਏਗਾ ਆ ਤਾਂ ਐਂਗਲ ਹੋ ਗਿਆ ਪੂਰਾ ਠੀਕ ਹੈ ਆ q ਕੀ ਹੈ q ਤਾਂ ਇੰਟੀਜਰ ਹੈ ਇੰਟੀਜਰਸ ਦੇ ਲਈ ਤਾਂ ਆਪਾਂ ਪੋਜ਼ਿਟਿਵ ਹੋਵੇ ਨੈਗੇਟਿਵ ਹੋਵੇ 0 ਹੋਵੇ ਆਪਾਂ ਰਿਜ਼ਲਟ ਡਰਾਈਵ ਕੀਤਾ ਆ ਤਾਂ ਉਹਦੇ ਅਕੋਰਡਿੰਗਲੀ ਬਣ ਜਾਏਗਾ cos q मल्टीप्लाई होना q इंटू थीटा अपॉन q प्लस इयोटा साइन q इंटू थीटा अपॉन q ठीक है आ ਜਿਹੜਾ ਪਾਵਰ ਹੈ ਦੋਨੋਂ ਐਂਗਲ ਨਾਲ ਮਲਟੀਪਲਾਈ ਹੋ ਗਈ ਤੇ q ਨਾਲ q ਕੈਨਸਲ ਹੋ ਗਿਆ ਇਹ q ਆਪਾਂ ਕੀਤਾ ਫਰੋਮ 1 ਜਿਹੜੇ ਥਿਓਰਮ ਦਾ ਫਰਸਟ ਪਾਰਟ ਸੀਗਾ ਕਿ ਇੰਟੀਗਰਲ ਪਾਵਰ ਅਗਰ ਹੈ ਤਾਂ ਉਹ ਐਂਗਲ ਨਾਲ ਮਲਟੀਪਲਾਈ ਹੋ ਜਾਂਦੀ ਹੈ ਇਹ ਸਾਡੇ ਕੋਲ ਆ ਗਿਆ cos ਥੀਟਾ ਪਲਸ ਇਓਟਾ sin ਥੀਟਾ ਇੰਨਾ ਹੀ ਬਚਿਆ ਹੁਣ ਆਪਾਂ ਕੀ ਕਰੀਏ ਕਿ ਇਹਦੇ ਵਿੱਚ ਦੋਨੋਂ ਪਾਸੇ qth ਰੂਟ ਲੈ ਲੈਣੇ ਆ ਟੇਕਿੰਗ qth ਰੂਟ ਔਨ ਬੋਥ ਸਾਈਡਸ ਦੋਨੋਂ ਪਾਸੇ qth ਰੂਟ ਮਤਲਬ 1 upon q ਪਾਵਰ ਦੋਨੋਂ ਪਾਸੇ ਇਨਕਰੀਜ਼ ਕਰਨੀ ਹੈ ਤਾਂ ਇਧਰਲੇ ਪਾਸੇ ਸਾਡੇ ਕੋਲ ਸੀਗਾ cos ਥੀਟਾ upon q ਪਲਸ ਇਓਟਾ sin थीटा upon q ਦੀ ਪਾਵਰ ਆਲਰੇਡੀ q ਸੀ ਜਦੋਂ ਆਪਾਂ ਇਹਦੀ ਪਾਵਰ 1 upon q ਕਰਾਂਗੇ qth ਰੂਟ ਲਵਾਂਗੇ ਤਾਂ ਇਹ ਆ ਜਾਏਗਾ ਦੂਜੇ ਪਾਸੇ ਸਾਡੇ ਕੋਲ ਹੈ cos ਥੀਟਾ ਪਲਸ ਇਓਟਾ sin ਥੀਟਾ ਤੇ ਇਹਦੇ ਵਿੱਚ ਅਗਰ ਆਪਾਂ ਪਾਵਰ qth ਕਰਦੇ ਤਾਂ 1 upon q ਇਹ ਆ ਜਾਏਗਾ ਠੀਕ ਹੈ ਤੇ ਹੁਣ ਇੱਕ ਚੀਜ਼ ਇੱਥੇ ਧਿਆਨ ਨਾਲ ਦੇਖਣ ਵਾਲੀ ਇਹ ਆ ਕਿ ਆਪਾਂ ਇੱਥੇ ਇਕੁਅਲ ਟੂ ਦਾ ਸਾਈਨ ਲਿਖ ਦਿੱਤਾ ਪਰ ਜਨਰਲੀ ਇਦਾਂ ਨਹੀਂ ਹੁੰਦਾ ਜਿੱਦਾਂ ਹੁਣ ਆਪਾਂ ਮੰਨ ਲਓ ਕਿ ਸਾਡੇ ਕੋਲ x ਸਕੁਅਰ 1 ਹੈ ਠੀਕ ਹੈ ਇਹ ਸਿੰਪਲ ਜਿਹਾ ਐਗਜ਼ਾਮਪਲ ਸਭ ਤੋਂ ਸਿੰਪਲ ਐਗਜ਼ਾਮਪਲ ਹੈ ਹੁਣ ਆਪਾਂ ਇਹਦੇ ਚ x ਦੀ ਵੈਲਿਊ ਕੱਢਣੀ ਆ ਆਪਾਂ ਕਹਿੰਦੇ ਕਿ ਦੋਨੋਂ ਪਾਸੇ ਸਕੁਅਰ ਰੂਟ ਲੈ ਲਓ ਜਦੋਂ ਆਪਾਂ ਸਕੁਅਰ ਰੂਟ ਲੈਣੇ ਆ ਤਾਂ ਇੱਧਰ ਤਾਂ x ਆ ਜਾਂਦਾ ਇੱਧਰ ਕੀ ਆਂਦਾ 1 ਨਹੀਂ ਆਂਦਾ ਇੱਧਰ ਪਲੱਸ ਮਾਈਨਸ 1 ਨਹੀਂ ਆਂਦਾ ਦੋ ਵੈਲਿਊਜ਼ ਆਣੀਆਂ ਨਾ ਜੇ ਆਪਾਂ ਸਕੁਅਰ ਲੈਣੇ ਆ ਇਹਦੀ ਜੇ ਕਿਊਬ ਦੋਨੋਂ ਪਾਸੇ ਕਰਦੇ ਆ ਨਾ ਕਿਊਬ ਰੂਟ ਕਰਦੇ ਆ
क्यूब रूट करन दे नाल की अंदर 3 वैल्यूज आनी है जो आप इत्थे 1/q कर दीए है ना। तो इस तरीके नाल जो आप ना क्यूअर्थ रूट लैने दोनों पासे तो साडे कोल क्यू वैल्यूज आनी जिहदे विचों एक वैल्यू ये हुंदी है। तो आप इत्थे इक्वल टू नहीं लिखना, आप लिखना कि ये जिहड़ी वैल्यू दिस इज वन ऑफ द वैल्यू, ठीक है। सो वन ऑफ द वैल्यू cos theta upon q plus iota sin theta upon q, because q will cancel with 1 upon q. So this is one of the values of this thing, cos theta plus iota sin theta raised to power 1 upon q. So we have now this thing. This is one of the value of this. Now we increase power p on both side. So which will give us cos theta upon q plus iota sin theta upon q raised to power p is one of the values of cos theta plus iota sin theta raised to power p upon q. So what we have done in this step, we increase here, we increase the power p on both side. So this p being integer will go and multiply it with the angle. So in the next step we will write cos p upon q theta plus iota sin p upon q theta is one of the values of cos theta plus iota sin theta raised to power p upon q. So what was p upon q? P upon q is the value of n. So cos n theta plus iota sin n theta is one of the values of cos theta plus iota sin theta raised to power n. So this is De Moivre's theorem for fraction, or fraction can be positive or negative. So this is the result of De Moivre's theorem, that for any integer, whether it is positive, negative or 0, or for fraction, n will go inside the angle. Now if we have cos theta minus iota sin theta in place of plus, अगर इत्थे माइनस होवे तां कि De Moivre's theorem अप्लाई हुंदी है, बिल्कुल, क्योंकि ਇਹਦੇ ਵਿੱਚ ਕੀ ਹੋਏਗਾ, ਹੁਣ ਇਹ ਜਿਹੜਾ ਮਾਈਨਸ ਆ ਇਹਨੂੰ ਆਪਾਂ ਅੰਦਰ ਇਸ ਤਰੀਕੇ ਨਾਲ ਲਿਖ ਸਕਦੇ ਹਾਂ, ठीक है, क्योंकि cos माइनस थीटा ਦਾ cos थीटा रहना, लेकिन sin माइनस थीटा विल बी माइनस iota sin थीटा। सो ਇਹ ਹੁਣ ਐਂਗਲ ਆ ਤੇ ਆ n ਜਿਹੜਾ ਸਾਡਾ ਇੰਟੀਜਰ ਆ, if it is integer positive, negative or 0, so it will be multiplied and it will be minus n theta here plus iota sin minus n theta according to the above result. Now cos minus n theta is nothing but cos n theta, and sin n minus n theta is minus sin n theta. So this is the result कि if इत्थे plus ਦੀ ਬਜਾਏ minus ਹੋਵੇ ਤਾਂ ਵੀ n ਜਿਹੜਾ ਆ ਉਹ ਅੰਦਰ multiply ਹੋ ਜਾਂਦਾ ਹੈ. So this is very important theorem. Now we will solve some of the questions using this theorem. So exercise 2.A to A exercise, this is the first question, that xi is cos 2 pi upon n plus iota sin 2 pi upon n. This is the value of xi, which you can clearly see that it is a cis form, and we have to evaluate xi raised to power n plus 1. So it is one of the very simple question. Xi is cos 2 pi upon n plus iota sin 2 pi upon n. If we increase power n, then we can apply here the De Moivre's theorem for integer, because n is given to be a positive integer. So for positive integer, n will go inside the angle. It will be n into 2 pi upon n plus iota sin n into 2 pi upon n. So n will cancel with n here also. So we'll get cos 2 pi plus iota sin 2 pi. Cos 2 pi, you have to remember two things. Cos n pi, if
एंगल ऑफ कॉस इज मल्टीपल ऑफ पाई एन पाई है जिदा तो यदि वैल्यू होंगी -1 रेज़ टू पावर एन। अगर साइन एन पाई आ तो यदि वैल्यू होएगी हमेशा 0। सो दीज टू आर वेरी इंपॉर्टेंट रिजल्ट। जिदा जिदा भी आप यूज करांगे इदा दा मैं तुहानू रिजल्ट्स दसदी रहूंगी। हुण क्योंकि साडे कोल इत्थे 2 पाई आ तो पाई दा मल्टीपल हैगा 2, तो इत्थे एन दी जगह ते 2 आ जाना, तो -1 दी पावर 2 इज 1। सो दिस इज 1 प्लस इयोटा साइन ਦੇ ਵਿੱਚ कोई भी पाई ਦਾ मल्टीपल ਹੋਵੇ ਈਵਨ ਹੋਵੇ ਚਾਹੇ ऑड ਹੋਵੇ ਉਹਦੀ ਵੈਲਿਊ 0 ਹੀ ਆਣੀ ਹੈ। ਸੋ ਇਟ ਇਜ਼ 0। तो ਕੀ ਆਇਆ ਸਾਡੇ ਕੋਲ 1। तो xi रेज़ टू पावर n ਤਾਂ 1 ਆ ਗਿਆ ਤੇ ਆਪਾਂ ਫਾਈਂਡ ਆਊਟ ਕੀ ਕਰਨਾ ਸੀ xi रेज़ टू पावर n plus 1। so xi रेज़ टू पावर n is 1, 1 plus 1 is 2, which is our answer। now this is the next question, sin theta plus iota minus iota cos theta raised to power 5। one thing that you need to remember is ਜਿਹੜੀ ਡਿਮੋਵਿਸ ਥਿਓਰਮ ਹੈ ਜਿਹ ਚ ਆਪਾਂ ਪਾਵਰ ਨੂੰ ਅੰਦਰ ਲੈ ਕੇ ਜਾਂਦੇ ਆ ਉਹਦੇ ਲਈ cos theta plus iota sin theta ਵਾਲੀ ਫਾਰਮੇਸ਼ਨ ਜ਼ਰੂਰੀ ਆ ਤੇ ਪਾਵਰ n ਹੋਵੇ ਤਾਂ ਆਪਾਂ ਲੈ ਕੇ ਜਾ ਸਕਦੇ ਆ। ਇਹਦੇ ਚ ਨਹੀਂ ਕਿਉਂਕਿ ਇੱਥੇ sin theta plus iota cos theta ਆ, ਇਸ ਤਰੀਕੇ ਨਾਲ ਆਪਾਂ ਇਹਨੂੰ ਨਹੀਂ ਕਰ ਸਕਦੇ। ਤਾਂ ਕੀ ਕਰਾਂਗੇ ਇਹਦੇ ਵਿੱਚ ਫਿਰ ਜਿਹੜੀ ਵੈਲਿਊ ਹੈ sin theta minus iota cos theta ਹੈ ਨਾ रेज़ टू पावर 5, ਇਹਦੇ ਵਿੱਚ ਆਪਾਂ ਇਓਟਾ ਕਾਮਨ ਲੈ ਲੈਣੇ ਤਾਂ ਕਿ ਸਾਡੇ ਕੋਲ ਇੱਥੇ ਇਕੱਲਾ cos ਬਚੇ। ਐਕਚੁਅਲੀ ਮਾਈਨਸ ਇਓਟਾ, ਅਗਰ ਆਪਾਂ ਮਾਈਨਸ ਇਓਟਾ ਕਾਮਨ ਲੈਣੇ ਆ ਤਾਂ ਇੱਥੋਂ ਮਾਈਨਸ ਇਓਟਾ ਹਟ ਗਿਆ ਤੇ cos ਇਕੱਲਾ ਰਹਿ ਜਾਏਗਾ cos ਥੀਟਾ। ਇਹਦੇ ਚੋਂ ਮਾਈਨਸ ਇਓਟਾ ਕਾਮਨ ਲੈਣ ਦਾ ਮਤਲਬ ਹੁੰਦਾ ਡਿਵਾਈਡ ਕਰਨਾ। ਤਾਂ ਮਾਈਨਸ ਇਓਟਾ ਨਾਲ ਜਦੋਂ ਇੱਥੇ ਡਿਵਾਈਡ ਕਰਾਂਗੇ ਦੇਖੋ 1 upon ਇਓਟਾ ਜਿਹੜਾ ਹੈ ਉਹ ਮਾਈਨਸ ਇਓਟਾ ਹੁੰਦਾ ਤੇ 1 upon ਮਾਈਨਸ ਇਓਟਾ ਵਿਲ ਬੀ ਇਓਟਾ। ਹਾਊ ਇਟ ਇਜ਼ ਕਿਉਂਕਿ ਜਦੋਂ ਤੁਸੀਂ ਇਹਨੂੰ ਸਿੰਪਲੀਫਾਈ ਕਰਨਾ ਕਿੱਦਾਂ ਆਉਂਦਾ ਇਹਨੂੰ ਰੈਸ਼ਨਲਾਈਜ਼ ਕਰਕੇ ਦੇਖੋ ਕਿ ਅਗਰ ਆਪਾਂ 1 upon ਇਓਟਾ ਨੂੰ ਇਓਟਾ upon ਇਓਟਾ ਨਾਲ ਮਲਟੀਪਲਾਈ ਕਰਦੇ ਆ ਉੱਪਰ ਇਓਟਾ into 1 ਇਓਟਾ ਆ ਗਿਆ ਨੀਚੇ ਇਓਟਾ ਸਕੁਅਰ -1 ਤਾਂ ਕਰਕੇ। ਸੋ ਜਦੋਂ ਆਪਾਂ ਇੱਥੇ ਮਾਈਨਸ ਇਓਟਾ ਨਾਲ ਡਿਵਾਈਡ ਕਰਨਾ ਆ ਤਾਂ ਇਹ ਬਣ ਜਾਏਗਾ ਪਲੱਸ ਇਓਟਾ ਸਾਈਨ ਥੀਟਾ। ਸੋ ਇਹ ਸਾਰੇ ਦੀ ਪਾਵਰ ਹੈ 5। ਠੀਕ ਹੈ, ਇਸ ਤਰੀਕੇ ਨਾਲ ਕਰ ਸਕਦੇ ਹੁਣ -1 ਦੀ ਪਾਵਰ 5 ਇਜ਼ ਮਾਈਨਸ ਤੇ ਇਓਟਾ ਦੀ ਪਾਵਰ 5। ਜਦੋਂ ਇਓਟਾ ਦੀ ਪਾਵਰ 5 ਕਰਾਂਗੇ ਤਾਂ ਇਹਨੂੰ ਇਓਟਾ ਰੇਜ਼ ਟੂ ਪਾਵਰ 4 into ਇਓਟਾ ਲਿਖ ਲੈਣਾ ਕਿਉਂਕਿ ਇਓਟਾ ਰੇਜ਼ ਟੂ ਪਾਵਰ 4 ਇਜ਼ 1 into ਇਓਟਾ ਇਜ਼ ਇਓਟਾ ਤਾਂ ਇਓਟਾ ਰਹਿ ਗਿਆ। ਤੇ ਇੱਥੇ ਹੁਣ ਆਪਣੇ ਕੋਲ cos plus ਇਓਟਾ ਸਾਈਨ ਵਾਲੀ ਫਾਰਮ ਬਣ ਗਈ ਹੈ ਜਿਸ ਚ ਆਪਾਂ 5 ਨੂੰ ਅੰਦਰ ਐਂਗਲ ਤੇ ਮਲਟੀਪਲਾਈ ਕਰ ਸਕਦੇ cos 5 ਥੀਟਾ plus ਇਓਟਾ sin 5 ਥੀਟਾ। ਹੁਣ ਚਾਹੇ ਆ ਇਓਟਾ ਨੂੰ ਫਿਰ ਤੋਂ ਆਪਾਂ ਅੰਦਰ ਲੈ ਜਾਈਏ ਸਾਨੂੰ ਪਾਵਰ 5 ਨੂੰ ਸਿੰਪਲੀਫਾਈ ਕਰਨ ਦੇ ਲਈ ਇਹਨੂੰ cos plus ਇਓਟਾ sin ਥੀਟਾ ਬਣਾਉਣਾ ਜ਼ਰੂਰੀ ਸੀ। ਉਸ ਤੋਂ ਬਾਅਦ ਇਹਨੂੰ ਸਿੰਪਲੀਫਿਕੇਸ਼ਨ ਕਰਨੀ ਹੈ ਤਾਂ ਇਓਟਾ ਨਾਲ ਮਲਟੀਪਲਾਈ ਕਰਦੇ ਮਾਈਨਸ ਇਓਟਾ cos 5 ਥੀਟਾ। ਇੱਥੇ ਦੇਖੋ ਮਾਈਨਸ ਇਓਟਾ ਸਕੁਅਰ ਇਓਟਾ ਸਕੁਅਰ ਇਜ਼ -1 ਮਾਈਨਸ ਪਲੱਸ ਬਣ ਜਾਏਗਾ तो इट इज sin 5 थीटा। ਤੁਸੀਂ ਚਾਹੇ ਇਹਨੂੰ ਪਹਿਲਾਂ ਲਿਖ ਲਓ ਕਿਉਂਕਿ ਇਹ ਪੋਜ਼ਿਟਿਵ ਟਰਮ ਆ ਨਾਲੇ ਰੀਅਲ ਪਾਰਟ ਇਹਨੂੰ ਪਹਿਲਾਂ ਲਿਖ ਲੈਣੇ ਆ ਤੇ ਮਾਈਨਸ ਇਓਟਾ cos 5 ਥੀਟਾ ਇਹ ਆ ਜਾਏਗਾ। ਫਿਰ ਸਿੰਪਲੀਫਾਈ ਕਰਕੇ ਸਾਡੇ ਕੋਲ ਇਸ ਤਰੀਕੇ ਨਾਲ ਆਪਾਂ ਸਿੰਪਲੀਫਾਈ ਕਰਨਾ ਹੁੰਦਾ। ਅਸੀਂ ਇਹਦੇ ਵਿੱਚ ਅੰਦਰ ਜੋ ਹੈ ਪਾਵਰ ਨੂੰ ਲੈ ਕੇ ਜਾਣ ਦੇ ਲਈ cos ਥੀਟਾ plus ਇਓਟਾ sin ਥੀਟਾ ਦੀ ਫਾਰਮ ਬਣਾਣੀ ਹੈ। Now see this question, fifth question, third part, where we have to simplify this. Again we have to use simplification. तो इसे देखो cos plus iota sin, cos minus iota sin, cos plus iota sin। तो इस तरीके ना सारे सिस दी फॉर्म ही है चाहे माइनस होवे ਉਹਦੇ ਚ ਵੀ ਸਾਨੂੰ ਪਤਾ ਕਿ ਡਿਮੋਵਿਸ ਥਿਓਰਮ ਦੇ ਅਕੋਰਡਿੰਗਲੀ ਇੰਟੈਗਰਲ ਜਿਹੜੀ ਵੈਲਿਊ ਹੈ ਪਾਵਰ ਹੈ ਉਹਨੂੰ ਅੰਦਰ ਮਲਟੀਪਲਾਈ ਕਰ ਸਕਦੇ ਆ ਐਂਗਲ ਤੇ। तो ਇੱਥੇ ਜਦੋਂ ਆਪਾਂ 5 ਨੂੰ ਕਰਾਂਗੇ ਬਣ ਜਾਏਗਾ cos 15 ਥੀਟਾ ਤੇ ਆਪਾਂ ਇਹਨੂੰ ਹੋਰ ਸੌਖਾ ਕਰ ਦਿੰਨੇ ਆ ਇੱਥੇ ਕਰ ਲੈਣੇ ਆ ਕਿ ਸਿਸ ਦੀ ਫਾਰਮ ਚ ਲਿਖ ਦਿੰਨੇ ਆ ਇਹ ਸਿਸ 3 ਥੀਟਾ ਆ ਤੇ ਬਣ ਜਾਏਗਾ ਸਿਸ 15 ਥੀਟਾ। ਠੀਕ ਹੈ, ਇਹ ਬਣ ਜਾਊਗਾ ਸਿਸ ਜਿੱਥੇ ਮਾਈਨਸ ਹੋਵੇ ਤਾਂ ਆਪਾਂ ਨੂੰ ਮਾਈਨਸ ਲਿਖਣਾ ਮਾਈਨਸ ਇਹ 2 ਤੇ 3 ਐਂਗਲ ਮਲਟੀਪਲਾਈ ਹੋ ਜਾਣਾ ਬਣ ਜਾਏਗਾ -6 ਥੀਟਾ। ਇਹਦੇ ਨੀਚੇ ਸਿਸ ਮਾਈਨਸ ਮਲਟੀਪਲਾਈ ਹੋ ਜਾਣਾ -36 ਥੀਟਾ 9 into 4 ਤੇ ਜਿਹੜੀ ਇਹ ਵਾਲੀ ਟਰਮ ਆ 5 into 9 45 ਕਿਉਂਕਿ ਪੋਜ਼ਿਟਿਵ ਹੈ ਤਾਂ ਪੋਜ਼ਿਟਿਵ 45 ਥੀਟਾ। ਹੁਣ ਸਾਡੇ ਕੋਲ ਇਹ ਆ ਕਿ ਜਿਹੜੀ ਸਿਸ ਵਾਲੀਆਂ ਟਰਮਸ ਹੁੰਦੀਆਂ ਆ ਅਗਰ ਉਹ ਮਲਟੀਪਲਾਈ ਹੋਣ ਤਾਂ ਐਂਗਲ ਐਡ ਹੋ ਜਾਂਦੇ ਆ। ਇੱਥੇ 15 ਥੀਟਾ ਆ ਤੇ -6 ਥੀਟਾ ਇਹ ਆਪਸ ਚ ਐਡ ਹੋ ਗਏ ਕਿਉਂਕਿ ਮਾਈਨਸ ਹੀ ਸੀਗਾ ਆਲਰੇਡੀ। ਇਹਦੇ ਨੀਚੇ ਵਾਲੀਆਂ ਟਰਮਸ ਵੀ -36 ਥੀਟਾ ਤੇ +45 ਥੀਟਾ ਇਹ ਐਡ ਹੋ ਗਏ। ਸੋ ਦਿਸ ਵਿਲ ਬਿਕਮ 15 minus 6 it is 9 थीटा ਤੇ ਨੀਚੇ ਆ ਗਿਆ ਇਹ ਵੀ 9 ਥੀਟਾ ਬਣ ਗਿਆ 45 minus 36 9 ਥੀਟਾ।
So what is this? ਜਿਹੜਾ numerator denominator same है दोनों, they will cancel. तो we have 1 as the answer of this. So simplification ਕਰਨ ਤੋਂ ਬਾਅਦ 1 ਇਹਦਾ answer ਆ ਗਿਆ. Now this is equal to cos theta plus iota sin theta raised to power 10, and here sin theta plus iota cos theta raised to power 10. ऊपर तो cos plus iota sin theta ਦੀ ਫਾਰਮ ਹੈ, ਤਾਂ De Moivre's theorem ਦੇ ਅਕੋਰਡਿੰਗਲੀ ਇਹ ਬਣ ਜਾਏਗਾ cos tan theta plus iota sin tan theta. ਡਿਨੋਮੀਨੇਟਰ ਦੇ ਵਿੱਚ ਇਹ sin theta plus iota cos theta ਉਲਟਾ ਆ, ਤਾਂ ਆਪਾਂ cos theta ਨੂੰ ਅੱਗੇ ਲਿਖਣਾ iota ਕਾਮਨ ਲੈ ਲੈਂਦੇ ਆ. iota ਕਾਮਨ ਤੇ ਬਣ ਜਾਏਗਾ cos theta plus 1 upon iota sin theta. ਕਾਮਨ ਲੈਣ ਦਾ ਮਤਲਬ ਹੁੰਦਾ iota ਨਾਲ ਡਿਵਾਈਡ ਕਰਨਾ. iota ਨਾਲ ਜਦੋਂ ਡਿਵਾਈਡ ਕੀਤਾ ਇੱਥੇ 1 upon iota ਆ ਗਿਆ. ਠੀਕ ਹੈ, ਆ ਤਾਂ iota ਸੀਗਾ, ਇੱਥੇ iota ਨਾਲ ਡਿਵਾਈਡ ਕਰਾਂਗੇ 1 ਆ ਗਿਆ, ਇੱਥੇ ਕਰਾਂਗੇ 1 upon iota, ਤੇ 1 upon iota ਹੁੰਦਾ ਆ minus iota. so raised to power 10 ਇੱਥੇ ਇਦਾਂ. so this is cos tan theta plus iota sin tan theta upon iota raised to power 10. ਹੁਣ iota raised to power 10 ਨੂੰ ਆਪਾਂ ਲਿਖ ਸਕਦੇ ਹਾਂ iota ਦੀ ਪਾਵਰ 8 into iota ਦੀ ਪਾਵਰ 2. iota ਦੀ ਪਾਵਰ 8 4 ਦਾ ਮਲਟੀਪਲ ਹੈ ਨਾ, ਤਾਂ ਇਹ ਬਣ ਗਿਆ 1, ਤੇ iota square is -1. 1 into -1 is -1. so this is -1 ਜਿਹੜਾ iota ਦੀ ਪਾਵਰ 10 ਆਣਾ. ਤੇ ਬਾਕੀ ਅੰਦਰ ਜਿਹੜੀ ਟਰਮ ਬਣੀ cos theta minus iota sin theta raised to power 10, ਕਿਉਂਕਿ 1 upon iota is minus iota. so this is cos tan theta plus iota sin tan theta. ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਅੰਦਰ ਮਲਟੀਪਲਾਈ ਕਰ ਸਕਦੇ, De Moivre's theorem ਜਿਹੜੀ ਉਹ ਯੂਜ਼ ਕਰ ਸਕਦੇ, cos tan theta minus iota sin tan theta. so ਮਾਈਨਸ ਆਪਾਂ ਇਹ ਬਾਹਰ ਲਿਖ ਲੈਣੇ ਆ. ਹੁਣ ਇਹ ਜਿਹੜੀ ਟਰਮ ਹੈ ਉੱਪਰ ਹੈਗੀ ਆ sis tan theta ਤੇ ਨੀਚੇ ਹੈ sis minus tan theta, ਕਿਉਂਕਿ ਜੇ ਮਾਈਨਸ ਹੋਵੇ ਵਿੱਚ ਤਾਂ ਇਹ minus theta ਫਾਰਮ ਬਣਦੀ ਆ, ਕਿਉਂਕਿ ਆ ਰਿਜ਼ਲਟ ਹੁੰਦਾ ਨਾ cos theta minus iota sin theta is sis minus theta. तो ये sis minus tan theta हो गया. ਹੁਣ दो sis वाली टर्म डिवाइड हो रही हैं, ਇਹਦਾ ਮਤਲਬ ਕੀ ਹੈ कि एंगल जो है ऊपर वाला एंगल जो नीचे वाला सब्ट्रैक्ट हो जाना, तो आप सब्ट्रैक्ट कर देता, तो sis लिख लो minus sis. so tan theta plus tan theta, tan theta plus tan theta is minus sis 20 theta. ਹੁਣ ਆਪਾਂ ਇਹਨੂੰ sis ਨੂੰ ਐਕਸਪੈਂਡਡ ਫਾਰਮ ਚ ਲਿਖ ਦਿੰਨੇ ਆ, ਇਹ ਬਣ ਗਿਆ minus cos 20 theta ਤੇ minus iota sin 20 theta. ठीक है, दोनों माइनस थे टर्म्स, तो इस तरीके ना ਇਹਦਾ आंसर आ गया. Now let us see this next question. 1 plus cos theta plus iota sin theta raised to power n, 1 plus cos theta minus iota sin theta raised to power n, and this is equal to 2 raised to power n plus 1 cos raised to power n theta by 2 cos n theta by 2. so ਆ ਚੀਜ਼ ਆਪਾਂ ਪ੍ਰੂਵ ਕਰਨੀ ਹੈ, ਸਾਨੂੰ ਦਿੱਤਾ ਹੋਇਆ ਇਹ ਵਾਲੀ ਟਰਮ. ਸੋ ਇਹਦੇ ਵਿੱਚ ਆਪਾਂ ਲੈਫਟ ਹੈਂਡ ਸਾਈਡ 'ਚ ਅਗਰ ਦੇਖੀਏ ਤਾਂ 1 plus cos theta, ਜੇ ਇਦਾਂ ਕਦੀ ਵੀ ਤੁਹਾਡੇ ਕੋਲ ਕੁਐਸਚਨ ਆ ਜਾਵੇ ਪਾਵਰ n ਹੋਵੇ ਔਰ ਇੱਥੇ ਸਾਡੇ ਕੋਲ ਹੋਵੇ 1 plus cos theta ਜਾਂ 1 minus cos theta, ਤਾਂ ਆਪਾਂ ਇਹਦੇ ਵਿੱਚ 1 plus cos theta ਦਾ ਫਾਰਮੂਲਾ ਯੂਜ਼ ਕਰਨਾ ਆ. 1 plus cos theta is 2 cos square theta by 2. ਠੀਕ ਹੈ, ਇੱਥੇ ਆਪਾਂ ਇਹ ਯੂਜ਼ ਕਰ ਲੈਣਾ. ਤੇ ਜਿਹੜਾ sin theta ਆ ਉਹਨੂੰ ਵੀ, ਕਿਉਂਕਿ ਜਦੋਂ ਆਪਾਂ ਇੱਥੇ 1 plus cos theta ਨੂੰ दोनों जगह ते हाफ एंगल इस तरीके नाल लिख दांगे थीटा बाय 2 दे विच, ट्रिग्नोमेट्री दे फार्मूले आ. ते sin थीटा दा भी हाफ एंगल दा फार्मूला 2 sin थीटा बाय 2 cos थीटा बाय 2. इस तरीके नाल ये फार्मूले आपां यूज करने आ ते इहनूं कन्वर्ट कर लेना. ठीक है, हुण इहदे च देखो ये वैल्यू 1 plus cos थीटा की बन जाएगा, it will be 2 cos square theta by 2. iota as it is sin theta ਦੀ ਜਗ੍ਹਾ ਤੇ 2 sin theta by 2 cos theta by 2 raised to power n. ਇਹ ਵਾਲੀ ਟਰਮ ਦੀ ਜਿਹੜੀ ਦੂਸਰੀ ਟਰਮ ਹੈ ਪਲੱਸ ਪਾ ਕੇ 1 plus cos theta is 2 cos square theta by 2
माइनस इत्थे है माइनस इयोटा ते साइन थीटा की जगह ते 2 साइन थीटा बाय 2 कॉस थीटा बाय 2 रेज टू पावर n। ये सारी लैफ्ट हैंड साइड दी दोनों टर्म्स दे विच 1 प्लस कॉस ते साइन थीटा दे फार्मूले हाफ एंगल वाले यूज कर ले। हुण इहदे विच की करना सी, इहदे विच देखो 2 दोनों च आंदा आ, cos थीटा बाय 2 दोनों च आंदा, ये आपां कॉमन ले लैंदे आ। तो उपर वाली टर्म दे विचों 2 cos थीटा बाय 2 अगर आपां कॉमन लैंदे आ तो इहदी पावर n भी कॉमन आउगी क्योंकि पावर n दे विच है, ब्रैकेट दी पावर n है, तो कॉमन जिहड़ा टर्म लवांगे ओहदी पावर भी n आ जानी है। ते अंदर की बचा cos थीटा बाय 2 क्योंकि स्केयर सीगा एक टर्म बाहर आ गई प्लस इयोटा साइन थीटा बाय 2 रेज टू पावर n। इहदी जिहड़ी दूसरी ब्रैकेट है इहदे विच भी अगर आपां देखिए तो cos थीटा बाय 2 दोनों च प्रेजेंट है, 2 दोनों च हैगा आ, तो इह चों भी 2 cos थीटा बाय 2 दी पावर n बाहर लिख ली ते अंदर cos थीटा बाय 2 माइनस इयोटा साइन थीटा बाय 2 रेज टू पावर n। हुण ये बन गया 2 रेज टू पावर n cos रेज टू पावर n थीटा बाय 2। ये दोनों च आंदा है तो थ्रू आउट कॉमन आ गया। अंदर देखो इहदे विच जिहड़ा cos प्लस इयोटा साइन है पावर n है तो डिमोविस थ्योरम यूज हो जानी, n इत्थे मल्टीप्लाई हो जाना, ये बन जाना cos n थीटा बाय 2 प्लस इयोटा साइन n थीटा बाय 2। आ चीज आपां बाहर लिख ली। इहदे विच भी cos माइनस इयोटा साइन होवे तां भी डिमोविस थ्योरम यूज हुंदी है, तो ये आ गया cos n थीटा बाय 2 माइनस इयोटा साइन n थीटा बाय 2। n इधर भी मल्टीप्लाई हो गया तो इधर भी हो गया। हुण आपां देखिए आ दोनों लाइक टर्म है, दोनों आपस ऐड हो रही, आ दोनों जिहड़ियां लाइक टर्म है लेकिन ऑपोजिट साइन है, इसलिए ये कैंसिल हो गया। साडे कोल बचा की 2 रेज टू पावर n cos रेज टू पावर n थीटा बाय 2 ते दोनों ऐड होके आ गया 2 इंटू cos n थीटा बाय 2। 2 इत्थे भी है, 2 दी पावर n इत्थे है, तो 2 दी पावर बन गई n प्लस 1 ते cos रेज टू पावर n थीटा बाय 2 ते इत्थे cos n थीटा बाय 2 विच इज द राइट हैंड साइड। यही आपां प्रूव करना से, दिस इज व्हाट वी हैव टू शो हियर। तो इस तरीके नाल सी जिथे भी 1 प्लस cos आंदा होवे ते साइन आवे तो उहदे विच आपां 2 फार्मूले यूज करने आ ते क्वेश्चन बहुत सिंपल बन जांदा है।